ਵਾਹਿਗੁਰੂ ਸਾਹਿਬ ਜੀਓ। ਕੋਟੰਬ ਜਤਨ ਕਰਨੰ ਮਾਇਆ ਅਨੇਕ ਉਦਮੈ। ਹਰ ਭਗਤ ਭਾਵਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੀਤ ਹੈ। ਟੁੱਟੜੀਆਂ ਸਾ ਪ੍ਰੀਤ ਜੋ ਲਾਈ ਬੇਅਨ ਸਿਉ। ਨਾਨਕ ਸੱਚੀ ਰੀਤ ਸਾਈਂ ਸੇਤੀ ਰਤਿਆ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਸੁਭਾਈਮਾਨ ਗੁਰੂ ਸਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਸਤਿਗੁਰਾਂ ਨੇ ਤਰਸ ਕੀਤਾ ਹੈ ਅੰਮ੍ਰਿਤਮਈ ਬਾਣੀ ਦੇ ਵਿਚਾਰ ਕਰਦਿਆਂ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਬਚਨ ਜੈਤਸਰੀ ਕੀ ਵਾਰ ਅੰਦਰੋਂ ਅੱਜ ਇਹ 4 ਨੰਬਰ ਸ਼ਲੋਕ ਔਰ ਪੌੜੀ ਆਪ ਜੀ ਨੇ ਸਾਧ ਸੰਗਤ ਸਰਵਣ ਕੀਤੀ ਹੈ। ਆਓ ਬੜੇ ਪਿਆਰ ਨਾਲ ਆਪ ਜਿਤਨੇ ਤਨ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ, ਜਿੱਥੇ ਬੜੀ ਇਕਾਗਰਤਾ ਨਾਲ ਆਪ ਜੀ ਅੰਮ੍ਰਿਤ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੋ, ਉਥੇ ਇਸ ਰਹਿੰਦੇ ਸਮੇਂ ਅੰਦਰ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਆਪਾਂ ਰਲ ਮਿਲ ਕੇ ਸਾਂਝ ਪਾਣੀ ਹੈ। ਕਰੋ ਕਿਰਪਾ ਸਾਧ ਸੰਗਤ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਦਾਸਰੇ ਨੂੰ ਅਸੀਸ ਬਖਸ਼ੋ ਤਾਂ ਕਿ ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕਰ ਸਕੀਏ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਇਹਨਾਂ ਅੰਮ੍ਰਿਤ ਬਚਨਾਂ ਦੇ ਅੰਦਰ, ਕੁਟੰਬ ਜਤਨ ਕਰਨੰ ਮਾਇਆ ਅਨੇਕ ਉਦਮੈ। ਕੁਟੰਬ ਦੇ ਆਖਰੀ ਅਰਥ ਨੇ ਸਾਧ ਸੰਗਤ ਜੀ ਪਰਿਵਾਰ। ਜਤਨ ਕਰਨੰ ਅਨੇਕਾਂ ਯਤਨ ਕਰਦਾ ਹੈ। ਮਾਇਆ ਅਨੇਕ ਉਦਮੈ, ਅਨੇਕਾਂ ਤਰ੍ਹਾਂ ਦੇ ਉਦਮ ਕਰਦਾ ਹੈ ਤਾਂ ਕਿ ਆਪਣੇ ਕੁਟੰਬ, ਆਪਣੇ ਪਰਿਵਾਰ ਦੇ ਲਈ, ਆਪਣੇ ਟੱਬਰ ਦੇ ਲਈ ਸੰਸਾਰ ਦੀ ਮਾਇਆ ਦੇ ਆਹਰ ਇਕੱਠੇ ਕੀਤੇ ਜਾਣ। ਵੇਖੋ, ਇਹ ਸਮਾਜਿਕ ਜੀਵਨ ਸਾਡਾ ਜਿਹੜਾ ਹੈ ਸਾਧ ਸੰਗਤ, ਇਹਦੇ ਅੰਦਰ ਹਰ ਇੱਕ ਮਨੁੱਖ, ਭਾਵੇਂ ਉਹ ਕੋਈ ਵੀ ਹੈ, ਉਹ ਆਪਣੇ ਪਰਿਵਾਰ ਦੇ ਲਈ ਚੰਗਾ ਜੀਵਨ, ਆਪਣੇ ਪਰਿਵਾਰ ਲਈ ਚੰਗੇ ਪਦਾਰਥ, ਉਹਦੇ ਲਈ ਚੰਗਾ ਖਾਣ ਪਾਣ, ਹਰ ਇੱਕ ਚੀਜ਼ ਦੀ ਸੁਵਿਧਾ ਬੰਦਾ ਚਾਹੁੰਦਾ ਹੈ ਮੇਰੇ ਪਰਿਵਾਰ ਨੂੰ, ਮੇਰੇ ਜੀਆਂ ਨੂੰ ਇੱਕ ਜੀਵਨ, ਇਸ ਜੀਵਨ ਦੇ ਅੰਦਰ ਪ੍ਰਾਪਤ ਹੋਵੇ। ਇਹਦੇ ਲਈ ਬੰਦਾ ਬੜੀ ਤਰ੍ਹਾਂ ਦੇ ਉਦਮ ਕਰਦਾ ਹੈ ਸੰਸਾਰ ਵਿੱਚ। ਕੋਈ ਵਪਾਰ ਕਰਦਾ ਹੈ, ਕੋਈ ਖੇਤੀਬਾੜੀ ਕਰਦਾ ਹੈ, ਕੋਈ ਨੌਕਰੀ ਕਰਦਾ ਹੈ, ਪਰ ਇਹ ਸਾਰੇ ਆਹਰ ਇਸ ਲਈ ਕੀਤੇ ਜਾਂਦੇ ਨੇ ਤਾਂ ਕਿ ਉਹ ਆਪਣੇ ਪਰਿਵਾਰ ਦੇ ਲਈ ਚੰਗੀ ਮਾਇਆ, ਪਦਾਰਥ ਔਰ ਆਪਣੇ ਪਰਿਵਾਰ ਦੀਆਂ ਸੁੱਖ ਸੁਵਿਧਾਵਾਂ ਨੂੰ ਉਹ ਆਪਣੇ ਜੀਵਨ ਦੇ ਵਿੱਚ ਬਣਾ ਸਕੇ, ਤਾਂ ਕਿ ਉਹਦੇ ਪਰਿਵਾਰ ਨੂੰ ਰੋਟੀ ਲਈ, ਪਦਾਰਥਾਂ ਲਈ ਕਿਤੇ ਆਤੁਰ ਨਾ ਹੋਣਾ ਪਵੇ। ਇਹ ਬੜਾ ਚੰਗਾ ਕਰਮ ਹੈ ਇਨਸਾਨ ਦਾ, ਜਿੱਥੇ ਮਨੁੱਖ ਨੇ ਆਪਣੇ ਪਰਿਵਾਰ, ਆਪਣੇ ਆਪ ਨੂੰ, ਆਪਣੇ ਜੀਆਂ ਦੀ ਦੇਖਭਾਲ ਕਰਨੀ ਹੈ। ਉੱਥੇ ਪਰਮਾਤਮਾ ਨੇ ਕੁਦਰਤ ਦੇ ਅੰਦਰ ਬੰਦੇ ਦੀ ਇਸ ਸਮੁੱਚੀ ਕਾਇਨਾਤ ਦੇ ਹੋਰ ਜੀਆਂ ਦੇ ਲਈ ਵੀ ਇੱਕ ਰਿਸਪੌਂਸਿਬਿਲਟੀ, ਜ਼ਿੰਮੇਦਾਰੀ ਨਿਯਤ ਕੀਤੀ ਹੈ। ਕਿਉਂਕਿ ਪਰਮਾਤਮਾ ਨੇ ਜੋ ਦਾਤ ਮਨੁੱਖ ਨੂੰ ਦਿੱਤੀ ਹੈ, ਉਹ ਦਾਤ ਸਾਧ ਸੰਗਤ ਜੀ ਕਿਸੇ ਹੋਰ ਜੀਵ ਦੇ ਕੋਲੋਂ ਇਸ ਪਰਮਾਤਮਾ ਦੀ ਸਾਜੀ ਕੁਦਰਤ ਦੇ ਵਿੱਚ ਨਹੀਂ। ਇਸ ਲਈ ਇੱਕ ਤੇ ਬੰਦੇ ਨੂੰ ਇਸ ਚੀਜ਼ ਲਈ ਪਰਮਾਤਮਾ ਦਾ ਬੜਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਪਰਮਾਤਮਾ ਨੇ ਇਹਨੂੰ ਅਕਲ ਦਿੱਤੀ ਹੈ, ਮਤ ਦਿੱਤੀ ਹੈ, ਸੋਚਣ ਤੇ ਸਮਝਣ ਦੀ ਸਮਰੱਥਾ ਦਿੱਤੀ ਹੈ। ਤੇ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਨੇ ਅੱਜ ਜਿਹੜੇ ਬਚਨ ਕਹੇ ਨੇ, ਸਤਿਗੁਰ ਕਹਿੰਦੇ ਨੇ ਬੰਦਾ ਅਨੇਕ ਯਤਨ ਕਰਦਾ ਹੈ। ਕੁਟੰਬ ਜਤਨ ਕਰਨੰ ਮਾਇਆ ਅਨੇਕ ਉਦਮ ਹੈ।
ਉਹਦੇ ਯਤਨ ਹੁੰਦੇ ਨੇ ਸੰਸਾਰ ਦੀ ਮਾਇਆ ਲਈ। ਉਹ ਬੜੇ ਆਹਰ, ਬੜੇ ਢੰਗ, ਬੜੇ ਤਰੀਕਿਆਂ ਦੇ ਨਾਲ ਆਪਣੇ ਪਰਿਵਾਰ ਦੇ ਲਈ, ਆਪਣੇ ਕੁਟੁੰਬ, ਆਪਣੇ ਬੱਚਿਆਂ ਦੇ ਲਈ, ਸਮੁੱਚੇ ਪਰਿਵਾਰ ਦੇ ਲਈ ਉਹ ਸੰਸਾਰ ਦੀ ਮਾਇਆ, ਪਦਾਰਥ, ਧਨ ਸਭ ਕੁਝ ਇਕੱਠਾ ਕਰ ਸਕੇ। ਪਰ ਪਾਤਸ਼ਾਹ ਕਹਿੰਦੇ ਨੇ ਹਰ ਭਗਤ ਭਾਵਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਿਤ ਹੈ। ਭਾਵਹੀਣ ਦਾ ਮਤਲਬ ਹੈ ਬੰਦਗੀ ਦੀ ਤਾਂਗ ਤੋਂ ਸਖਣਾ, ਜਿੰਦੇ ਅੰਦਰ ਭਾਵਨਾ ਨਹੀਂ, ਜਿੰਦੇ ਅੰਦਰ ਭਾਵ ਪ੍ਰੇਮ ਦਾ ਨਾ ਹੋਵੇ। ਇਹਦਾ ਭਾਵ ਹੈ ਜਿੰਦੇ ਅੰਦਰ ਪਰਮਾਤਮਾ ਦੇ ਸ਼ੁਭ ਗੁਣ ਨਾ ਹੋਣ। ਧਿਆਨ ਦੇਣਾ, ਬੰਦਗੀ ਸ਼ਬਦ ਦਾ ਭਾਵ ਹੀ ਹੈ ਜਿਹੜੇ ਬੰਦੇ ਦੇ ਦੁਆਰਾ ਉਸ ਪਰਮਾਤਮਾ ਦੇ ਗੁਣਾਂ ਨੂੰ ਗਾਣ ਵਿੱਚੋਂ ਪ੍ਰਗਟ ਹੁੰਦੀ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜੇ ਤੇਰੇ ਅੰਦਰ ਬੰਦਿਆ ਭਗਤੀ ਦਾ ਭਾਵ ਨਹੀਂ, ਜੇ ਤੇਰੇ ਅੰਦਰ ਪਰਮਾਤਮਾ ਦੇ ਸ਼ੁਭ ਗੁਣ ਨਹੀਂ, ਤੇਰੇ ਅੰਦਰ ਭਗਤੀ ਦੀ ਤਾਂਗ ਨਹੀਂ, ਤੇਰਾ ਮਨ ਹਿਰਦਾ ਇਸ ਪਰਮਾਤਮਾ ਦੇ ਸ਼ੁਭ ਗੁਣਾਂ ਤੋਂ ਸਖਣਾ ਹੈ, ਤੇ ਸਤਿਗੁਰੂ ਕਹਿੰਦੇ ਨੇ, ਹੇ ਭਾਈ ਜੀ ਇੱਕ ਗੱਲ ਚੇਤੇ ਰੱਖ, ਨਾਨਕ ਪ੍ਰਭ ਬਿਸਰਤ ਤੇ ਪ੍ਰੇਤਿਤ ਹੈ। ਪਰਮਾਤਮਾ ਨੂੰ ਵਿਸਰਨ ਕਰਕੇ ਉਹ ਬੰਦਾ ਇੱਕ ਪ੍ਰੇਤ ਦੀ ਨਿਆਈ ਜੀਵਨ ਜਿੰਦਾ ਹੈ। ਪ੍ਰੇਤ ਦਾ ਮਤਲਬ, ਜਦੋਂ ਅਸੀਂ ਇਹਦੇ ਸ਼ਬਦੀ ਅਰਥ ਕਰਾਂਗੇ, ਇਹਦਾ ਮਤਲਬ ਹੁੰਦਾ ਹੈ ਭੂਤ। ਵੈਸੇ ਭੂਤ ਸ਼ਬਦ ਜਦੋਂ ਬਾਣੀ ਦੇ ਵਿੱਚ ਆਵੇ, ਸਾਧ ਸੰਗਤ ਇਹਦੇ ਅਰਥ ਇਨਸਾਨ ਤੋਂ ਵੀ ਲਏ ਗਏ ਨੇ ਬਾਣੀ ਦੇ ਵਿੱਚ, ਤੇ ਇਹਦੇ ਅਰਥ ਬੀਤ ਚੁੱਕੇ ਤੋਂ ਵੀ ਆਏ ਨੇ ਬਾਣੀ ਵਿੱਚ। ਪਰ ਬਾਣੀ ਦੇ ਅੰਦਰ ਪ੍ਰੇਤ ਸ਼ਬਦ ਦਾ ਭਾਵ ਜਾਂ ਭੂਤ ਸ਼ਬਦ ਦਾ ਭਾਵ ਉਹ ਪ੍ਰੇਤ ਜਾਂ ਭੂਤ ਨਹੀਂ ਜਿਨ੍ਹਾਂ ਦੇ ਡਰ ਵਿੱਚ ਬੰਦਾ ਅੱਜ ਸਾਡੇ ਸਮਾਜ ਵਿੱਚ ਜਿੰਦਾ ਹੈ। ਬੜੀਆਂ ਕਹਾਣੀਆਂ, ਬੜੀਆਂ ਕਹਾਵਤਾਂ ਐਸੀਆਂ ਮਨੁੱਖੀ ਮਨ ਅੰਦਰ ਭਰਮ ਪੈਦਾ ਕਰਨ ਲਈ ਬਣਾਈਆਂ ਗਈਆਂ, ਇਹਦੇ ਅੰਦਰ ਇੱਕ ਡਰ ਨੂੰ ਕ੍ਰੀਏਟ ਕਰਨ ਲਈ ਬਣਾਈਆਂ ਗਈਆਂ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਜਿਹੜਾ ਪਰਮਾਤਮਾ ਨੂੰ ਵਿਸਰ ਗਏ ਉਹ ਅਸਲ ਵਿੱਚ ਪ੍ਰੇਤ ਹੈ। ਕਿਉਂਕਿ ਉਹ ਸੰਸਾਰ ਦੇ ਵਿੱਚ ਸ਼ੁਭ ਗੁਣਾਂ ਤੋਂ ਬਿਨਾਂ ਭਟਕ ਰਿਹਾ ਹੈ। ਉਹਦੇ ਜਿਹੜੇ ਮਾਇਆ ਦੇ ਉਦਮ ਨੇ ਉਹ ਚੰਗੇ ਨਹੀਂ ਹੋਣਗੇ, ਉਹਦੇ ਜਿਹੜੇ ਕੀਤੇ ਹੋਏ ਉਦਮ ਨੇ ਉਹ ਮਾੜੇ ਹੋਣਗੇ। ਵੇਖੋ, ਇੱਕ ਗੱਲ ਤੇ ਬਾਣੀ ਵਿੱਚੋਂ ਆਪਾਂ ਸਮਝੀਏ ਵੀ ਜਿੱਥੇ ਸਤਿਗੁਰ ਨੇ ਕਿਹਾ ਹੈ, ਪਾਤਸ਼ਾਹ ਕਹਿੰਦੇ ਨੇ ਪ੍ਰਭ ਬਿਸਰਤ ਤੇ ਪ੍ਰੇਤ ਹੈ। ਬਾਬਾ ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ ਅੰਮ੍ਰਿਤ ਬਾਣੀ ਦੇ ਅੰਦਰ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜਿਹ ਕਰ ਸਾਧ ਨਾ ਸੇਵੀਐ। ਜਿਸ ਘਰ ਦੇ ਅੰਦਰ ਪਰਮਾਤਮਾ ਦੇ ਪਿਆਰ ਵਾਲੇ ਕਿਸੇ ਜਨ ਦੀ ਸੇਵਾ ਨਹੀਂ ਹੁੰਦੀ, ਜੇ ਕਰ ਸਾਧ ਨਾ ਸੇਵੀਐ ਹਰ ਕੀ ਪੂਜਾ ਨਾਹੀਂ। ਜਿੱਥੇ ਪਰਿਪੂਰਨ ਪਰਮਾਤਮਾ ਦੇ ਸ਼ੁਭ ਗੁਣਾਂ ਦੀ ਪੂਜਾ ਨਹੀਂ ਹੁੰਦੀ, ਤੇ ਘਰ ਮਰਹਠ ਸਾਰਖੇ, ਉਹ ਘਰ ਜਿਹੜੇ ਨੇ ਬਾਬਾ ਜੀ ਕਹਿੰਦੇ ਨੇ ਕਿਸੇ ਸ਼ਮਸ਼ਾਨ ਭੂਮੀ ਦੇ ਬਰਾਬਰ ਨੇ, ਤੇ ਭੂਤ ਬਸੈ ਤਿਨ ਮਾਹੇ। ਤੇ ਸਤਿਗੁਰ ਕਹਿੰਦੇ ਨੇ ਉਸ ਘਰ ਦੇ ਅੰਦਰ ਵਸਣ ਵਾਲੇ ਇਨਸਾਨ ਨਹੀਂ, ਉਸ ਘਰ ਦੇ ਅੰਦਰ ਵਸਣ ਵਾਲੇ ਸਾਰੇ ਹੀ ਭੂਤ ਨੇ। ਧਿਆਨ ਦੇਣਾ, ਹੁਣ ਸ਼ਮਸ਼ਾਨ ਭੂਮੀ ਤੇ ਭੂਤ, ਇਹ ਦੋ ਸ਼ਬਦ ਆਏ ਬਾਬਾ ਜੀ ਦੇ ਸ਼ਲੋਕ ਵਿੱਚ। ਬਾਬਾ ਜੀ ਕਹਿੰਦੇ ਨੇ ਅਸਲ ਵਿੱਚ ਸ਼ਮਸ਼ਾਨ ਘਾਟ, ਉੱਥੇ ਸਿਰਫ ਲੋਕਾਂ ਦੇ ਕੀਰਨੇ ਸੁਣੇ ਜਾਂਦੇ ਨੇ, ਉੱਥੇ ਸਿਰਫ ਲੋਕਾਂ ਦਾ ਵਿਰਲਾਪ ਸੁਣਿਆ ਜਾਂਦਾ ਹੈ। ਉੱਥੇ ਬੰਦੇ ਆਵਾਜ਼ਾਂ ਮਾਰਦੇ ਨੇ ਆਪਣਿਆਂ ਨੂੰ ਵੀ ਭਾਈ ਤੂੰ ਚਲਾ ਗਿਆ, ਸਾਨੂੰ ਛੱਡ ਕੇ ਵਾਪਸ ਆ ਜਾ। ਤੇ ਦਾਤਾਰ ਪਿਤਾ ਕਹਿੰਦੇ ਨੇ ਜਿਵੇਂ ਸ਼ਾਮ ਹੁੰਦੀ ਏ ਉਹ ਸ਼ਮਸ਼ਾਨ ਘਾਟ ਬਿਲਕੁਲ ਸਖਣੇ ਤੇ ਖਾਲੀ ਹੋ ਜਾਂਦੇ ਨੇ। ਉੱਥੇ ਸਿਰਫ ਚਿਖਾ ਬਲਦੀਆਂ ਨਜ਼ਰ ਆਉਂਦੀਆਂ ਨੇ, ਉੱਥੇ ਕਿਸੇ ਇਨਸਾਨ ਦੀ ਹੋਂਦ ਨਜ਼ਰ ਨਹੀਂ ਆਉਂਦੀ। ਦਾਤਾਰ ਪਿਤਾ ਕਹਿੰਦੇ ਨੇ ਅਸਲ ਵਿੱਚ ਉਹ ਘਰ ਵਿਕਾਰਾਂ ਦੇ ਅੰਦਰ ਬੱਝੇ ਹੋਏ ਲੋਕਾਂ ਦੇ ਕੀਰਨਿਆਂ ਦੇ ਨਾਲ ਭਰੇ ਹੋਏ ਨੇ, ਉੱਥੇ ਪਰਮਾਤਮਾ ਦੀ ਬੰਦਗੀ ਦਾ ਨਾਮ ਵੀ ਨਹੀਂ। ਸਾਚੇ ਗੁਰਮਖੋ, ਹੁਣ ਥੋੜਾ ਜਿਹਾ ਇਹਨਾਂ ਬਚਨਾਂ ਨੂੰ ਆਪਣੇ ਨਿੱਜ ਜੀਵਨ ਵਿੱਚੋਂ ਆਪਾਂ ਸਮਝਣ ਦਾ ਯਤਨ ਕਰੀਏ। ਸਤਿਗੁਰ ਕਹਿੰਦੇ ਨੇ ਜੇ ਯਤਨ ਤੇ ਬੜੇ ਨੇ ਮਾਇਆ ਦੇ, ਪਰ ਤੇਰੇ ਇੰਨੇ ਯਤਨ ਕੀਤਿਆਂ ਦਾ ਕੀ ਲਾਭ, ਇੰਨੇ ਉਦਮ ਕਰਨ ਦਾ ਕੀ ਲਾਭ। ਸਤਿਗੁਰ ਕਹਿੰਦੇ ਨੇ ਜੇ ਤੂੰ ਪਰਮਾਤਮਾ ਦੀ ਬੰਦਗੀ ਵਿੱਚ ਜੋੜੀ ਨਾ ਸਕਿਆ। ਸਾਧ ਸੰਗਤ, ਸੱਚ ਵਿੱਚ ਸਾਡਾ ਅਜੋਕਾ ਜੀਵਨ ਜਦੋਂ ਆਪਾਂ ਧਿਆਨ ਨਾਲ ਨਿੱਜ ਲਾ ਕੇ ਆਪਣੇ ਅੱਜ ਦੇ ਜੀਵਨ ਨੂੰ ਵੇਖਣੇ ਆ, ਕਿਤੇ ਨਾ ਕਿਤੇ ਸਾਡਾ ਅੱਜ ਦਾ ਜੀਵਨ ਇਸ ਪ੍ਰਕਰਨ ਦੇ ਵਿੱਚ ਟੁਕਦਾ ਹੈ, ਇਸੇ ਪ੍ਰਕਰਨ ਵਿੱਚ ਅਸੀਂ ਜੀ ਰਹੇ ਹਾਂ। ਇੱਕ ਬਚਨ ਬਾਬਾ ਕਬੀਰ ਸਾਹਿਬ ਜੀ ਦਾ ਹੋਰ ਹੈ, ਮੈਂ ਕਹਿ ਕੇ ਫਿਰ ਥੋੜਾ ਜਿਹਾ
ਇਹਨੂੰ ਆਪਾਂ ਸਮਾਜਿਕ ਢੰਗ ਤੋਂ ਸਮਝਣ ਦਾ ਯਤਨ ਕਰਨਾ ਹੈ। ਬਾਬਾ ਕਬੀਰ ਸਾਹਿਬ ਜੀ ਦਾ ਬਚਨ ਹੈ, ਉਹ ਕਹਿੰਦੇ ਨੇ ਬਹੁ ਪਰਪੰਚ ਕਰ ਪਰ ਤਨ ਲਿਆਵੇ। ਬਾਬਾ ਜੀ ਕਹਿੰਦੇ ਨੇ ਬੜੇ ਉਦਮ ਕਰਦਾ ਹੈ ਤੇ ਉਦਮ ਕਰਕੇ ਬਹੁ ਪਰਪੰਚ ਕਰ ਪਰ ਧਨ ਲਿਆਵੇ, ਪਰਾਏ ਧਨ ਨੂੰ ਲੈ ਕੇ ਆਉਂਦਾ ਹੈ। ਸਮਝ ਗਏ, ਪਰਾਏ ਧਨ। ਧਿਆਨ ਦੇਣਾ ਗੁਰਮੁਖੋ, ਇੱਕ ਧਨ ਆਪਣਾ ਹੈ। ਆਪਣੇ ਦਾ ਮਤਲਬ ਹੈ ਜੋ ਬੰਦੇ ਨੇ ਆਪਣੀ ਮਿਹਨਤ ਨਾਲ ਮਸ਼ੱਕਤ ਨਾਲ ਕਮਾਇਆ ਹੈ। ਹੋ ਸਕਦਾ ਇਹਦੀ ਮਿਹਨਤ ਦੀ ਕਮਾਈ ਬੜੀ ਥੋੜੀ ਹੋਵੇ, ਪਰ ਸੱਚ ਹੈ ਅੱਜ ਦੇ ਸਮੇਂ ਵਿੱਚ ਹਰ ਬੰਦਾ ਉੱਪਰ ਦੀ ਮਾਇਆ ਨਾਲ ਜੀਣਾ ਚਾਹੁੰਦਾ ਹੈ। ਖਿਆਲ ਕਰਿਓ, ਇਹੀ ਗੱਲ ਕਹੀ ਜਾਂਦੀ ਹੈ ਨਾ, ਕੋਈ ਵੀ ਦੁਨੀਆ ਦਾ ਕਰਮ ਹੋਵੇ ਜੀ, ਬਸ ਤਨਖਾਹ 20-25 ਹਜ਼ਾਰ ਹੈ, ਬਾਕੀ ਉੱਪਰ ਦੀ ਕਮਾਈ ਬੜੀ ਹੈ। ਔਰ ਹਕੀਕਤ ਹੈ ਗੁਰਮੁਖੋ, ਜਦੋਂ ਅਸੀਂ ਗੁਰੂ ਘਰ ਵਿੱਚ ਜਾਂਦੇ ਆ ਨਾ, ਤੇ ਗੁਰੂ ਘਰ ਦੇ ਪ੍ਰਬੰਧਕ ਜਦੋਂ ਟਰਾਈ ਲੈਂਦੇ ਨੇ ਕਿਸੇ ਗੁਰੂ ਘਰ ਦੇ ਵਜ਼ੀਰ ਦੀ, ਸੇਵਾਦਾਰ ਦੀ, ਉਹ ਵੀ ਤੁਹਾਨੂੰ ਇਹ ਬਚਨ ਕਹਿੰਦੇ ਹੋਏ ਵੇਖੇ ਜਾਣਗੇ ਕਿ ਭਾਈ ਸਾਹਿਬ ਅਸੀਂ ਤਨਖਾਹ ਤੇ ਸਿਰਫ 5000 ਹੀ ਦਿੰਦੇ ਆ, ਪਰ ਇੱਥੇ ਉੱਪਰ ਦੀ ਕਮਾਈ ਬੜੀ ਏ। ਸੱਚ ਵਿੱਚ ਅਸੀਂ ਧਰਮ ਦੀ ਦੁਨੀਆ ਨੂੰ ਵੀ ਨਹੀਂ ਛੱਡਿਆ। ਅਸੀਂ ਚਾਹੁੰਦੇ ਹਾਂ ਵੀ ਭਾਈ ਸਾਹਿਬ ਤੇ ਸੇਵਾਦਾਰ ਵੀ ਬਸ ਸੰਗਤਾਂ ਦੇ ਹੱਥਾਂ ਵੱਲ ਵੇਖਦੇ ਰਹਿਣ, ਇਹਨਾਂ ਦਾ ਧਿਆਨ ਸਾਰੀ ਜ਼ਿੰਦਗੀ ਮਾਇਆ ਦੇ ਵਿੱਚ ਹੀ ਰਹਿ ਜਾਏ। ਕਿੰਨਾ ਚੰਗਾ ਹੋਵੇ ਸਾਧ ਸੰਗਤ, ਜੇਕਰ ਇੱਕ ਟੀਚਰ ਅਧਿਆਪਕ ਜਿਨੇ ਕਲਾਸ ਵਿੱਚ ਬੱਚਿਆਂ ਨੂੰ, ਸਟੂਡੈਂਟ ਨੂੰ ਪੜ੍ਹਾਉਣਾ ਹੈ, ਜੇਕਰ ਉਹਨੂੰ ਚੰਗੀ ਮਾਇਆ ਨਾ ਮਿਲੇ, ਸੱਚ ਜਾਣਿਓ ਬੱਚੇ ਦਾ ਭਵਿੱਖ ਖਰਾਬ ਹੁੰਦਾ ਹੈ। ਉਹ ਵੀ ਕਲਾਸ ਵਿੱਚ ਟੀਚਰ ਕੁਰਸੀ ਤੇ ਬੈਠਾ ਸੁੱਤਾ ਰਹੇਗਾ, ਉਹ ਆਖੇਗਾ ਜਿੰਨਾ ਕੁ ਮੈਨੂੰ ਮਿਲਦਾ ਉਹਨਾਂ ਕੁ ਮੈਂ ਪੜ੍ਹਾ ਲੈਣਾ। ਸੱਚ ਹੈ ਗੁਰਮੁਖੋ, ਇਹ ਅਦਾਰੇ ਐਸੇ ਨੇ ਕਿਉਂਕਿ ਮਾਇਆ ਤੋਂ ਬਿਨਾਂ ਘਰ ਨਹੀਂ ਜੇ ਚੱਲਦੇ। ਇਹ ਗੱਲ ਚੇਤੇ ਰੱਖੀਏ। ਜੇ ਅਸੀਂ ਇਹ ਕਹਿੰਦੇ ਹਾਂ ਵੀ ਸਾਡਾ ਪੁੱਤਰ ਨੌਕਰੀ ਕਰੇ ਤੇ ਉਹਨੂੰ ਲੱਖਾਂ ਦਾ ਪੈਕੇਜ ਮਿਲੇ, ਉਹ ਮਹੀਨੇ ਦਾ 2 ਲੱਖ 3 ਲੱਖ 4 ਲੱਖ ਕਮਾ ਕੇ ਕਰ ਲਿਆਵੇ, ਤੇ ਕਿ ਅਸੀਂ ਇਹ ਨਹੀਂ ਚਾਹੁੰਦੇ ਵੀ ਗੁਰੂ ਘਰ ਦਾ ਵਜ਼ੀਰ ਤੇ ਸੇਵਾਦਾਰ ਵੀ ਘੱਟ ਤੋਂ ਘੱਟ 50,000 ਮਹੀਨੇ ਦਾ ਉਹਨੂੰ ਦੇ ਦਈਏ। ਉਹਨੂੰ ਕਿਸੇ ਦੇ ਹੱਥਾਂ ਵੱਲ ਵੇਖਣ ਦੀ ਝਾਕ ਮੁੱਕ ਜਾਏ, ਉਹਨੂੰ ਸਮਝ ਆ ਜਾਏ ਸੱਚ ਦੂਜਿਆਂ ਨੂੰ ਨਾਮ ਦੀ ਗੱਲ ਕਰਨ ਵਾਲਾ ਇਨਸਾਨ ਜੇ ਸਾਰੀ ਜ਼ਿੰਦਗੀ ਆਪ ਹੀ ਦੂਜਿਆਂ ਦੇ ਹੱਥ ਵੱਲ ਵੇਖੇਗਾ, ਜੇ ਪੜ੍ਹਾਉਣ ਵਾਲੇ ਦਾ ਧਿਆਨ ਸਿਰਫ ਮਾਇਆ ਵਿੱਚ ਹੋਏਗਾ, ਪੜ੍ਹਨ ਵਾਲੇ ਦਾ ਧਿਆਨ ਤੁਸੀਂ ਕੀ ਸੋਚਦੇ ਹੋ ਕਿ ਉਹ ਸੰਸਾਰ ਦੇ ਅੰਦਰ ਆਉਣ ਵਾਲੇ ਜੀਵਨ ਦੇ ਅੰਦਰ, ਭਵਿੱਖ ਦੇ ਅੰਦਰ ਤੁਸੀਂ ਉਹਦੇ ਤੋਂ ਕਿਸੇ ਚੰਗੇ ਦੀ ਕਾਮਨਾ ਕਰ ਸਕਦੇ ਹੋ? ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਧ ਸੰਗਤ, ਇਹ ਇੱਕ ਪਾਸੇ ਨਹੀਂ, ਤੁਸੀਂ ਜਿੱਧਰ ਮਰਜ਼ੀ ਚਲੇ ਜਾਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਹੜੇ ਬਚਨ ਕੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਬਹੁ ਪਰਪੰਚ ਕਰ ਪਰ ਤਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨ ਬੇਰਾ ਤੇਰੇ ਜੀ ਪੈ ਲੀਜੈ। ਸਭ ਕਹਿੰਦੇ ਨੇ ਇੰਨੇ ਪਰਪੰਚ ਕੀਤੇ, ਮਾਇਆ ਲਿਆਇਆ, ਪਰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸੁਤ ਦਾਰਾ ਪੈ ਆਨ ਲੁਟਾਵੇ, ਮਨ ਮੇਰੇ ਭੁੱਲੇ ਕਪਟ ਨਾ ਕੀਜੈ। ਇਹ ਮੇਰੇ ਭੁੱਲੇ ਮਨ, ਵੇਖ ਛਲ ਨਾ ਕਰ ਦੁਨੀਆ ਦੇ ਅੰਦਰ। ਛਲ ਨਾਲ ਮਾਇਆ ਤੇ ਬਹੁਤੀ ਕਮਾ ਲੇਗਾ, ਪਰ ਸੱਚ ਹੈ ਨਬੇੜਾ ਤੇਰੀ ਜਿੰਦ ਕੋਲੋਂ ਮੰਗਿਆ ਜਾਣਾ ਹੈ। ਜਿਸ ਦਿਨ ਤੇਰੀ ਜਿੰਦ ਕੋਲੋਂ ਮੰਗਿਆ ਜਾਏਗਾ ਨਬੇੜਾ, ਹਿਸਾਬ ਕਿਤਾਬ, ਸਤਿਗੁਰ ਕਹਿੰਦੇ ਨੇ ਉਦੋਂ ਤੂੰ ਕੀ ਕਰੇਗਾ। ਤਾਂ ਹੀ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਚਨ ਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਓ ਹੀ ਜਗ ਫਾਂਦਿਓ, ਕੋ ਕਾਹੂ ਕੋ ਨਾਹੀ, ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੁੰ ਦਿਸ ਕੇ ਰਹਿ, ਬਿਪਤ ਪਰੀ ਸਭ ਹੀ ਸੰਗ ਛਾਡਤ, ਕੋ ਨ ਆਵਤ ਨੇਰੈ। ਪਾਤਸ਼ਾਹ ਕਹਿੰਦੇ ਨੇ ਸੰਸਾਰ ਦਾ ਨਿਯਮ ਹੈ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੇ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਜਿਦਨ ਪ੍ਰਾਣੀ ਸਵਾਸ ਨਿਕਲ ਜਾਂਦੇ ਨੇ ਅੰਦਰੋਂ, ਸਤਿਗੁਰ ਕਹਿੰਦੇ ਨੇ ਸਭ ਕਹਿੰਦੇ ਨੇ ਹੁਣ ਗੁਜ਼ਰ ਗਿਆ, ਇਹਨੂੰ 2 ਘੜੀ ਵੀ ਕੋਈ ਘਰ ਵਿੱਚ ਰੱਖਣ ਨੂੰ ਤਿਆਰ ਨਹੀਂ, ਕਹਿੰਦੇ ਇਹਨੂੰ ਲੈ ਜਾਓ। ਜਿੰਨੀ ਦੇਰ ਅੱਖਾਂ ਦੇ ਸਾਹਮਣੇ ਰਹੇਗਾ ਉਨੀ ਦੇਰ ਤੱਕ ਸਾਡਾ ਇਹਦੇ ਨਾਲ ਮੋਹ ਰੁਦਨ ਦੇ ਰੂਪ ਦੇ ਵਿੱਚ, ਰੋਣੇ ਦੇ ਰੂਪ ਵਿੱਚ ਨਿਕਲਦਾ ਰਹੇਗਾ। ਇਹਨੂੰ ਘਰ ਵਿੱਚੋਂ 2 ਘੜੀ ਵੀ ਨਹੀਂ ਰੱਖਣ ਦਿੰਦੇ, ਕਹਿੰਦੇ ਇਹਨੂੰ ਘਰ ਵਿੱਚੋਂ ਲੈ ਜਾਓ। ਸਾਹਿਬ ਜੀ ਨੇ ਬੜੇ ਪਿਆਰੇ ਬੋਲ ਕਹੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਦਮ ਬੜੇ ਕਰਦੇ, ਪਰ ਇਹ ਗੱਲ ਚੇਤੇ ਰੱਖ, ਤੇਰੇ ਜੇ ਕੀਤੇ ਹੋਏ ਉਦਮ ਭਗਤੀ ਭਾਵ ਤੋਂ ਹੀਣੇ ਨੇ, ਮਾਇਆ ਲਈ ਉਦਮ ਬੜੇ ਨੇ। ਖਿਆਲ ਕਰਿਓ, ਜਿਹੜਾ ਬੰਦਾ ਸਾਧ ਸੰਗਤ ਸਵੇਰੇ ਘਰੋਂ ਨਿਕਲਦਾ ਹੈ, ਰਾਤ ਨੂੰ 12 ਵਜੇ ਤੱਕ ਉਹ ਸਿਰਫ ਮਾਇਆ ਦੇ ਉਦਮ ਕਰਦਾ ਪਿਆ ਹੈ,
ਰਾਤ ਨੂੰ 1-2 ਵਜੇ ਆ ਕੇ ਸੁੱਤਾ ਤੇ ਸਵੇਰੇ ਫਿਰ 10 ਵਜੇ ਉੱਠ ਕੇ ਤੇ ਮਾਇਆ ਦੇ ਉਦਮ ਵਿੱਚ ਆਹਰ ਵਿੱਚ ਲੱਗ ਜਾਏ, ਉਹ ਸਮਾਜਿਕ ਤੌਰ ਤੇ ਹੋ ਸਕਦਾ ਹੈ ਜੀਵਨ ਚੰਗਾ ਬਣਾ ਲਏ, ਉਹਦੇ ਕੋਲੋਂ ਘਰ ਚੰਗਾ ਬਣ ਜਾਏ, ਉਹਦੇ ਕੋਲੋਂ ਗੱਡੀਆਂ ਚੰਗੀਆਂ ਆ ਜਾਣ, ਉਹਦੇ ਕੋਲੋਂ ਪਦਾਰਥਾਂ ਦੀ ਕਮੀ ਨਾ ਹੋਵੇ, ਪਰ ਇੱਕ ਗੱਲ ਚੇਤੇ ਰੱਖਿਓ, ਆਤਮਿਕ ਜੀਵਨ ਉਸ ਬੰਦੇ ਦਾ ਗਵਾਚ ਜਾਏਗਾ। ਉਸ ਬੰਦੇ ਦੇ ਘਰ ਦੇ ਅੰਦਰ ਉਹਦੇ ਬੱਚੇ ਇਸ ਵਹਿਣ ਦੇ ਵਿੱਚ ਬਹਿ ਜਾਣਗੇ ਕਿ ਭਰ ਜਵਾਨੀ ਦੇ ਅੰਦਰ ਉਹਨਾਂ ਬੱਚਿਆਂ ਨੂੰ ਪੱਬਾਂ ਤੇ ਕਲੱਬਾਂ ਦੇ ਵਿੱਚੋਂ ਮਾਪਿਆਂ ਨੂੰ ਜਾ ਕੇ ਫਿਰ ਲੱਭਣਾ ਪਏਗਾ, ਸਾਡੇ ਬੱਚੇ ਕਿੱਥੇ ਨੇ। ਜੀਵਨ ਵਿਗੜ ਜਾਂਦਾ ਹੈ ਸਾਧ ਸੰਗਤ। ਜੀਵਨ ਨੂੰ ਅਸੀਂ ਆਪ ਆਪਣੇ ਹੱਥੀ ਅੱਗ ਲਾ ਕੇ ਖਰਾਬ ਕਰ ਰਹੇ ਹਾਂ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਦਮ ਕਰ, ਤੈਨੂੰ ਉਦਮ ਕਰਨ ਤੋਂ ਮਨਾ ਨਹੀਂ, ਪਰ ਸਤਿਗੁਰ ਕਹਿੰਦੇ ਨੇ ਨਾਲ ਇਹ ਵੀ ਵੇਖ ਕਿ ਤੇਰੇ ਅੰਦਰੋਂ ਭਗਤੀ ਦਾ ਭਾਵਨਾ ਕਿਤੇ ਮਰ ਜਾਏ। ਸਾਧ ਸੰਗਤ, ਜਿੱਥੇ ਮਾਇਆ ਦੇ ਲਈ ਉਦਮ ਨੇ ਉੱਥੇ ਯਤਨ ਕਰੀਏ। ਸਾਰਾ ਪਰਿਵਾਰ ਅੰਮ੍ਰਿਤ ਵੇਲੇ ਸਵੇਰੇ 6 ਵਜੇ 5 ਵਜੇ ਉੱਠ ਕੇ ਮਾਲਕ ਦੀ ਬੰਦਗੀ ਵਿੱਚ ਵੀ ਜੁੜੀਏ। ਘੱਟ ਤੋਂ ਘੱਟ ਰਾਤ ਨੂੰ ਸੌਣ ਲੱਗਿਆ ਸਾਰੇ ਇਕੱਠੇ ਪਰਿਪੂਰਨ ਪਰਮਾਤਮਾ ਦੀ ਉਹਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਤੇ ਕਰੀਏ। ਜੇ ਸਿਰਫ ਭੱਜ ਦੌੜ ਵਿੱਚ ਜੀਵਨ ਨਿਕਲ ਗਿਆ ਤੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਟੁੱਟੜੀਆਂ ਸਾ ਪ੍ਰੀਤ ਜੋ ਲਾਈ ਬੇਅਨਸਿਓ। ਸਾਹਿਬ ਕਹਿੰਦੇ ਨੇ ਜਿਹੜੀ ਪ੍ਰੀਤ ਬੰਦੇ ਨੇ ਪਰਮਾਤਮਾ ਨਾਲੋਂ ਤੋੜ ਕੇ ਹੋਰ ਪਾਸੇ ਲਾਈ, ਸਤਿਗੁਰ ਕਹਿੰਦੇ ਨੇ ਉਹ ਪ੍ਰੀਤ ਟੁੱਟ ਜਾਂਦੀ, ਉਹ ਸਦੀ ਵੀ ਨਹੀਂ। ਅੱਜ ਜਿੰਨੀਆਂ ਸਾਡੀਆਂ ਸੰਸਾਰ ਦੀਆਂ ਪ੍ਰੀਤਾਂ ਨੇ, ਧਿਆਨ ਦੇਣਾ ਗੁਰਮਖੋ, ਬੰਦਾ ਹਰ ਚੀਜ਼ ਲਈ ਉਦਮ ਕਰਦਾ ਹੈ, ਚੀਜ਼ਾਂ ਉੱਥੇ ਦੀਆਂ ਉੱਥੇ ਰਹਿ ਜਾਂਦੀਆਂ ਨੇ, ਪਰ ਇਨਸਾਨ ਹੀ ਸੰਸਾਰ ਤੋਂ ਚਲਾ ਜਾਂਦਾ ਹੈ। ਮਹਿਲ ਖੜੇ ਰਹਿਣਗੇ ਇਸੇ ਤਰ੍ਹਾਂ, ਘਰ ਦੇ ਵਿੱਚ ਗੱਡੀਆਂ ਖੜੀਆਂ ਰਹਿਣਗੀਆਂ, ਪਰ ਖਿਆਲ ਕਰਿਓ ਇਹਨਾਂ ਨੂੰ ਚਲਾਉਣ ਵਾਲਾ ਕੋਈ ਨਹੀਂ ਹੋਏਗਾ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਟੁੱਟੜੀਆਂ ਸਾ ਪ੍ਰੀਤ ਜੋ ਲਾਈ ਬੇਅਨਸਿਓ। ਜਿਹੜੀ ਪ੍ਰੀਤ ਪ੍ਰਮਾਤਮਾ ਨਾਲੋਂ ਰੱਬ ਨਾਲੋਂ ਤੋੜ ਕੇ ਹੋਰ ਪਾਸੇ ਲਾਈ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹ ਪ੍ਰੀਤ ਟੁੱਟ ਜਾਏਗੀ, ਉਹ ਸਦੀ ਵੀ ਨਹੀਂ, ਕਿਉਂਕਿ ਸਰੀਰ ਹੀ ਬਿਨਸਨਹਾਰ ਹੈ। ਜੇ ਬਿਨਸਨਹਾਰ ਸਰੀਰ ਹੈ ਤੇ ਬਾਬਾ ਜੀ ਕਹਿੰਦੇ ਨੇ ਫਿਰ ਸੰਸਾਰ ਦੀਆਂ ਪ੍ਰੀਤਾਂ ਕਿਵੇਂ ਤੋੜਨੇ ਬਣ ਗਈਆਂ। ਨਾਨਕ ਸੱਚੀ ਰੀਤ ਸਾਈਂ ਸੇਤੀ ਰਤਿਆ ਹੈ ਨਾਨਕ ਜੀ। ਉਹੀ ਰੀਤ ਸੱਚੀ ਹੈ, ਜਿਹੜੀ ਰੀਤ ਜਿਹੜਾ ਕਰਮ ਜਿਹੜੀ ਸੰਸਾਰ ਦੇ ਅੰਦਰ ਕੀਤਾ ਹੋਇਆ ਉਦਮ ਸੱਚ ਦੇ ਲਈ ਹੋਏਗਾ। ਸੱਚ ਕੀ ਹੈ? ਪਰਮਾਤਮਾ। ਜਿਹੜਾ ਉਦਮ ਸੱਚ ਲਈ ਹੋਏਗਾ, ਧੰਨ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਨੇ ਸਾਈ ਸੇਤੀ ਰਤਿਆਂ। ਜਿਹੜੀ ਸਾਈਂ ਦੇ ਵਿੱਚ ਪ੍ਰੀਤ ਰੁੱਤੀ ਹੋਏਗੀ, ਜਿਹੜੇ ਉਦਮ ਪਰਮਾਤਮਾ ਦੀ ਭੈ ਭਾਵਨੀ ਦੇ ਵਿੱਚ ਹੋਣਗੇ, ਸਾਧ ਸੰਗਤ ਹੋ ਸਕਦਾ ਹੈ ਉਹਦੇ ਵਿੱਚੋਂ ਮਾਇਆ ਥੋੜੀ ਘੱਟ ਪੈਦਾ ਹੋਵੇ, ਪਰ ਉਹਦੇ ਵਿੱਚੋਂ ਜੀਵਨ ਦੇ ਅੰਦਰ ਦਾ ਸੰਤੋਖ ਬਹੁਤ ਮਿਲੇਗਾ। ਉਹਦੇ ਅੰਦਰੋਂ ਇੱਕ ਭਾਵ ਪੈਦਾ ਹੋਏਗਾ ਪਰਿਵਾਰ ਦੇ ਅੰਦਰ। ਮੈਂ ਕਈ ਵਾਰੀ ਬੇਨਤੀ ਕਰਨਾ, ਸੱਜਣ ਠੱਗ ਦੇ ਕੋਲੋਂ ਮਾਇਆ ਘੱਟ ਨਹੀਂ ਸੀ, ਬਹੁਤੀ ਮਾਇਆ ਲੋਕਾਂ ਨੂੰ ਠੱਗ ਕੇ ਉਹਨੇ ਇਕੱਠੀ ਕੀਤੀ, ਮਾਰਿਆ ਵੀ ਲੋਕਾਂ ਨੂੰ। ਤੇ ਬਾਬੇ ਨਾਨਕ ਨੇ ਇੱਕੋ ਹੀ ਗੱਲ ਆਖੀ ਸੀ, ਸੱਜਣਾ ਮਿੱਤਰ ਤੂੰ ਜਿਹਨੂੰ ਬਣਾਇਆ ਏ, ਸੱਚ ਦੱਸ ਇਹ ਮਿੱਤਰ ਤੇਰਾ ਅੰਤ ਵੇਲੇ ਤੇਰੇ ਨਾਲ ਤੇਰਾ ਭਾਈਵਾਲ ਬਣੇਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬੋਲ ਉਹਨੂੰ ਸਮਝ ਵਿੱਚ ਆ ਗਏ। ਭੂਮੀਆਂ ਚੋਰ ਚੋਰੀਆਂ ਕਰਦਾ ਹੈ। ਬਾਬੇ ਨਾਨਕ ਨੇ ਇੱਕੋ ਹੀ ਗੱਲ ਆਖੀ ਸੀ, ਭੂਮੀਆਂ ਚੋਰ ਚੋਰੀਆਂ ਕਰਦਾ, ਪਰ ਇੱਕ ਗੱਲ ਚੇਤੇ ਰੱਖੀ, ਇਹਨਾਂ ਕੁਝ ਇਕੱਠਾ ਕਰਕੇ ਇੱਕ ਗੱਲ ਦੱਸ, ਇਹਨਾਂ ਵਿੱਚੋਂ ਅੰਤ ਵੇਲੇ ਤੇਰਾ ਸਾਥੀ ਕੌਣ ਹੈ। ਸਮਝ ਆ ਗਈ ਵੀ ਸੱਚ ਮੇਰੇ ਸਤਿਗੁਰ ਜੀ, 2 ਵਕਤ ਦੀ ਰੋਟੀ ਬੰਦੇ ਨੇ ਖਾਣੀ ਹੈ, ਪਰ ਖਿਆਲ ਕਰਿਓ ਉਦਮ ਇੰਨੇ ਗਲਤ ਤਰੀਕੇ ਨਾਲ ਕਰਦਾ ਹੈ। ਇਹ ਚਾਹੁੰਦਾ ਹੈ ਵੀ ਸੰਸਾਰ ਦੀ ਸਾਰੀ ਮਾਇਆ ਸਿਰਫ ਮੇਰੇ ਘਰ ਵਿੱਚ ਹੋਵੇ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਜੇ ਸਾਰੀ ਤੈਨੂੰ ਮਿਲ ਵੀ ਜਾਏ ਕਿ ਤੂੰ ਸੁਖੀ ਹੋ ਜਾਏਗਾ। ਇੱਕ ਸਵਾਲ ਹੈ ਸਾਧ ਸੰਗਤ, ਦੇਖੋ ਅੱਜ ਮਾਲਕ ਨੇ ਕਿਰਪਾ ਕੀਤੀ, ਆਪਣੇ ਕੋਲੋਂ ਸਾਧਨਾ ਦੀ ਕਮੀ ਕੋਈ ਨਹੀਂ, ਪਰ ਜੇ ਥੋੜਾ ਜਿਹਾ ਸੋਚ ਕੇ ਵੇਖੋ, ਜੇ ਵੀ ਇੰਨਾ ਹੋਰ ਜੁੜ ਜਾਏ, ਜਿੰਨਾ ਜੋੜ ਕੇ ਬੈਠੇ ਆ ਵੀ ਅੰਬਾਰ ਲੱਗੇ ਹੋਣ, ਕਿ ਤਦ ਵੀ ਮਨ ਇਹ ਆਖੇਗਾ ਵੀ ਮੈਂ ਰੱਜ ਗਿਆ। ਧੰਨ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਨਹੀਂ, ਪਰਮਾਤਮਾ ਨਾਲ ਸੱਚੀ ਪ੍ਰੀਤ ਜੋੜ। ਇੱਥੇ ਤੇ ਉਹ ਵੀ ਬੰਦੇ ਵੇਖੇ ਨੇ ਗੁਰਮਖੋ, ਜਿਨ੍ਹਾਂ ਕੋਲੋਂ ਕਿਸੇ ਚੀਜ਼ ਦੀ ਘਾਟ ਨਹੀਂ, ਪਰ ਜਿੱਦਨ ਆਪਣੇ ਬੱਚੇ ਦਾ ਵਿਆਹ ਕਰਨਗੇ, ਸੱਚ ਵਿੱਚ ਉਹ ਦਿਨ ਗਰੀਬ ਪਿਓ ਦੇ ਕੋਲੋਂ ਵੀ ਜਿਹੜਾ ਆਪਣੇ ਕਲੇਜੇ ਦਾ ਟੁਕੜਾ ਆਪਣੀ ਧੀ ਬੱਚੇ ਦੇ ਲੜ ਲਾ ਕੇ ਵਿਆਹ ਰਿਹਾ ਹੈ, ਉਹਦੇ ਕੋਲੋਂ ਵੀ ਮੰਗ ਕਰਨਗੇ ਵੀ ਸਾਨੂੰ ਇੰਨਾ ਕੁਝ ਚਾਹੀਦਾ ਹੈ,
ਜਿੱਦਣ ਅਸੀਂ ਬਰਾਤ ਲੈ ਕੇ ਆਵਾਂਗੇ ਉਸ ਤੋਂ ਪਹਿਲਾਂ ਪਿਓ ਆਪਣੇ ਵੱਲੋਂ ਸਭ ਚੀਜ਼ਾਂ ਦਿੰਦਾ ਹੈ। ਉਹ ਕਹਿੰਦਾ ਮੇਰੀ ਧੀ ਕੋਲੋਂ ਕਿਸੇ ਚੀਜ਼ ਦੀ ਤੋਟ ਨਾ ਰਹੇ। ਫਿਰ ਵੀ ਲਾਲਚ ਦਾ ਅਟਿਆ ਹੋਇਆ ਬੰਦਾ, ਹਾਲਾਂਕਿ ਉਹਦਾ ਆਪ ਵੀ ਉਹ ਕਮਾਈ ਕਰ ਰਿਹਾ ਹੈ, ਪੁੱਤਰ ਵੀ ਲੱਖਾਂ ਕਮਾ ਰਿਹਾ ਹੈ, ਤਦ ਵੀ ਕਹਿੰਦਾ ਜਿਹੜੀ ਧੀ ਸਾਡੇ ਘਰ ਆਵੇ ਉਹ ਵੀ ਲੱਖਾਂ ਰੁਪਈਆ ਲੈ ਕੇ ਆਵੇ। ਉੱਥੇ ਵੀ ਮੂੰਹ ਅੱਡ ਕੇ ਮੰਗਦਾ। ਸੱਚ ਵਿੱਚ ਸਤਿਗੁਰ ਕਹਿੰਦੇ ਨੇ ਇਹ ਬੰਦੇ ਨੂੰ ਕਿੱਥੇ ਥਾਂ ਮਿਲੇਗੀ? ਕੋਈ ਹੈ ਇਸ ਸੰਸਾਰ ਦੇ ਅੰਦਰ? ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਨਾਨਕ ਸੱਚੀ ਰੀਤ ਸਾਈਂ ਸੇਤੀ ਰਤਿਆ। ਉਹ ਰੀਤ ਸੱਚੀ ਏ, ਉਹ ਨਿਰਮਲ ਜੁਗਤ ਏ, ਜਿਹੜੀ ਜੁਗਤ ਪਰਮਾਤਮਾ ਦੇ ਚਰਨਾਂ ਦੇ ਵਿੱਚ ਰਹਿ ਕੇ ਉਹਦੇ ਉਪਦੇਸ਼ ਦੇ ਅਨੁਸਾਰ ਕਮਾਈ ਜਾਏ। ਪਾਤਸ਼ਾਹ ਜੀ ਫਿਰ ਪੌੜੀ ਦੇ ਅੰਦਰ ਬਚਨ ਬਖਸ਼ਦੇ ਨੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਸ ਬਿਸਰਤ ਤਨ ਭਸਮ ਹੋਏ ਕਹਤੇ ਸਭ ਪ੍ਰੇਤ। ਜਿਸ ਪਰਮਾਤਮਾ ਨੂੰ ਵਿਸਾਰ ਦੇਣ ਦੇ ਨਾਲ ਸਰੀਰ ਭਸਮ ਹੋ ਜਾਂਦਾ ਹੈ, ਮਿੱਟੀ ਹੋ ਜਾਂਦਾ ਹੈ। ਜਿਸ ਬਿਸਰਤ ਤਨ ਭਸਮ ਹੋਏ, ਧਿਆਨ ਦੇਣਾ ਕਿਹੜੀ ਚੀਜ਼ ਵਿਸਰੀ। ਹੁਣ ਇਹਦੇ ਅਰਥ ਜਦੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਕੀਤੇ ਨੂੰ ਕਹਿੰਦੇ ਨੇ ਜਿਹੜੇ ਚੀਜ਼ ਦੇ ਵਿਸਰਨ ਦੇ ਨਾਲ, ਬਿਸਰਤ ਕਿਹੜੀ ਚੀਜ਼ ਵਿਸਰੀ? ਜਿੰਦ ਦਾ ਵਿਛੋੜਾ ਹੋਇਆ ਸਰੀਰ ਦੇ ਨਾਲ। ਪਾਤਸ਼ਾਹ ਕਹਿੰਦੇ ਨੇ ਜਿੰਦੇ ਵਿਸਰਨ ਦੇ ਨਾਲ ਸਰੀਰ ਦੇ ਵਿੱਚੋਂ ਵਿਛੋੜਾ ਹੋ ਗਿਆ ਤੇ ਤਨ ਹੁਣ ਕੱਲਾ ਹੈ। ਤੇ ਬੰਦਾ ਕਹਿੰਦਾ ਵੀ ਭਾਈ ਹੁਣੇ ਬੀਤ ਚੁੱਕਾ, ਲੰਘ ਗਿਆ, ਗੁਜ਼ਰ ਗਿਆ, ਹੁਣ ਇਹਦੇ ਤਨ ਨੂੰ ਭਸਮ ਕਰ ਦਿਓ, ਇਹਦੇ ਤਨ ਨੂੰ ਵੀ ਅੱਗ ਲਾ ਕੇ ਤੇ ਇਸ ਸੰਸਾਰ ਦੇ ਅੰਦਰ, ਕਿਉਂਕਿ ਜਿੰਨੀ ਦੇਰ ਤੱਕ ਸਰੀਰ ਸਾਹਮਣੇ ਰਹੇਗਾ ਉਨੀ ਦੇਰ ਤੱਕ ਇਹਨੂੰ ਵੇਖ ਕੇ ਇਹਦੀ ਯਾਦ ਆਏਗੀ। ਇਹਦੀ ਯਾਦ ਇਹਨੂੰ ਵੇਖ ਕੇ ਇਹ ਉੱਠ ਕੇ ਕਰਮ ਨਹੀਂ ਕਰਦਾ, ਇਹ ਬੋਲਦਾ ਨਹੀਂ। ਪਰਿਵਾਰ ਦੇ ਰੋਗ ਕੀਰਨੇ ਪਾ ਕੇ ਰੋਣਗੇ, ਇਹਨੂੰ ਹੁਣ ਲੈ ਜਾਓ, ਇਹ ਬੀਤ ਚੁੱਕਾ ਹੈ, ਗੁਜ਼ਰ ਗਿਆ ਹੈ। ਸਤਿਗੁਰ ਕਹਿੰਦੇ ਨੇ ਹੁਣ ਇਹਨੂੰ ਭਸਮ ਕਰ ਦਿਓ। ਪਾਤਸ਼ਾਹ ਕਹਿੰਦੇ ਨੇ ਜਿਸ ਜਿੰਦ ਦੇ ਅੰਦਰੋਂ ਨਿਕਲਣ ਦੇ ਨਾਲ ਤਨ ਭਸਮ ਹੋ ਜਾਂਦਾ ਏ, ਕਹਤੇ ਸਭ ਪ੍ਰੇਤ। ਸਭ ਲੋਕ ਕਹਿੰਦੇ ਨੇ ਭਾਈ ਹੁਣੇ ਬੀਤ ਗਿਆ, ਲੰਘ ਗਿਆ, ਗੁਜ਼ਰ ਚੁੱਕਾ ਏ, ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀ। ਪਾਤਸ਼ਾਹ ਕਹਿੰਦੇ ਨੇ ਵੇਖੋ ਬੰਦਿਆ ਤੇਰੀ ਖੇਡ। ਸਾਰੀ ਜ਼ਿੰਦਗੀ ਉਦਮ ਜਿਨ੍ਹਾਂ ਲਈ ਕਰਦਾ ਰਿਹਾ ਹੈ, ਜਿਨ੍ਹਾਂ ਲਈ ਸਾਰੀ ਜ਼ਿੰਦਗੀ ਆਖਿਆ ਵੀ ਇਹ ਮੇਰੇ ਮੇਰੇ ਮੇਰੇ, ਇਹਨਾਂ ਲਈ ਉਦਮ ਸਤਿਗੁਰ ਕਹਿੰਦੇ ਨੇ ਕੋਈ ਤਰੀਕਾ ਨਹੀਂ ਛੱਡਿਆ। ਬਹੁ ਪਰਪੰਚ ਕਰ ਪਰਤਨ ਲਿਆਵੇ, ਸੁਤ ਦਾਰਾ ਪੈ ਆਨ ਲੁਟਾਵੇ। ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪੈ ਲੀਜੈ। ਛਿਨ ਛਿਨ ਤਨ ਛੀਜੈ ਜਰਾ ਜਨਾਵੇ, ਤਬ ਤੇਰੀ ਓਖ ਕੋਈ ਪਾਣੀਓ ਨਾ ਪਾਵੇ। ਪਾਤਸ਼ਾਹ ਕਹਿੰਦੇ ਨੇ ਮਰਨ ਤੋਂ ਬਾਅਦ ਦੀ ਗੱਲ ਛੱਡ, ਜਿੱਦਣ ਬਿਸਤਰ ਤੇ ਪੈ ਜਾਏਗਾ ਸੱਚ ਜਾਣੀ। ਬੰਦਾ 4 ਦਿਨ ਬਿਮਾਰ ਹੋਵੇ, ਪਰਿਵਾਰ ਦੇ ਲੋਕ ਅੱਕ ਜਾਂਦੇ ਨੇ, ਬਿਮਾਰੀ ਥੋੜੀ ਲੰਮੀ ਹੋ ਜਾਏ, ਸੱਚ ਹੈ ਬੰਦਾ ਵਿਲਕਦਾ ਬਿਸਤਰ ਤੇ ਪਿਆ, ਕੋਈ ਮੂੰਹ ਚ ਪਾਣੀ ਨਹੀਂ ਜੇ ਪਾਉਂਦਾ। ਇਹ ਸਤਿਗੁਰੂ ਜੀ ਹਕੀਕਤ ਬਿਆਨ ਕਰ ਰਹੇ ਨੇ ਸਾਡੇ ਜੀਵਨ ਦੀ। ਸਾਧ ਸੰਗਤ ਵਿਰਲੇ ਹੁੰਦੇ ਨੇ ਜਿਨ੍ਹਾਂ ਜੀਵਨ ਵਿੱਚ ਸੱਚ ਕਮਾਇਆ ਹੁੰਦਾ ਹੈ ਤੇ ਆਪਣੇ ਪਰਿਵਾਰ ਨੂੰ ਸੱਚ ਦ੍ਰਿੜ ਕਰਾਇਆ ਹੁੰਦਾ ਹੈ। ਉਹ ਪਰਿਵਾਰ ਆਪਣੇ ਵੱਡੇ ਬਜ਼ੁਰਗਾਂ ਦੇ ਸਿਰ ਤੇ ਖੜੇ ਹੋ ਕੇ ਸੇਵਾ ਪੇ ਨਿਭਾਉਂਦੇ ਨੇ। ਨਹੀਂ ਤੇ ਬੰਦਾ ਕਹਿੰਦਾ ਮਾਇਆ ਦਾ ਅਟਿਆ, ਇਹਨੂੰ ਹਸਪੀਟਲ 'ਚੋਂ ਛੱਡ ਆਓ, ਉੱਥੇ ਆਪਣੇ ਆਪ ਨਰਸਾਂ ਸਾਂਭਣਗੀਆਂ, ਮਾਇਆ ਅਸੀਂ ਦੇ ਦਿਆਂਗੇ। ਬੰਦਾ ਘਰ ਰੱਖਣ ਨੂੰ ਤਿਆਰ ਨਹੀਂ। ਸੱਚ ਹੈ ਗੁਰਮਖੋ, ਹਸਪੀਟਲ ਦੇ ਅੰਦਰ ਮੌਤ ਹੋ ਗਈ, ਮਰ ਗਿਆ ਇਨਸਾਨ, ਉਹ ਵੀ ਲੋਕਾਂ ਨੂੰ ਸਮਾਂ ਦੇ ਦਿੰਦਾ ਵੀ 10 ਵਜੇ 11 ਵਜੇ ਘਰੋਂ ਚੱਲਣਾ ਹੈ। ਤੇ ਸੱਚ ਲੋਕ ਘਰ ਖੜੇ ਹੁੰਦੇ ਨੇ ਤੇ ਯਤਨ ਕਰਦਾ 5 ਮਿੰਟ ਘਰ ਸਰੀਰ ਲੈ ਕੇ ਆਇਆ, ਨਾਲੋਂ ਨਾਲ ਲੈ ਕੇ ਤੁਰ ਪਿਆ। ਸਤਿਗੁਰ ਕਹਿੰਦੇ ਨੇ ਵੇਖੋ ਸਾਰੀ ਜ਼ਿੰਦਗੀ ਜਿਨ੍ਹਾਂ ਲਈ, ਪਰ ਪਾਤਸ਼ਾਹ ਕਹਿੰਦੇ ਨੇ ਵਿਰਲੇ ਨੇ ਜਿਨ੍ਹਾਂ ਨੂੰ ਜੀਂਦਿਆਂ ਜੀ ਪਰਿਵਾਰ ਦਾ ਪਿਆਰ ਮਿਲ ਜਾਏ। ਨਹੀਂ ਤੇ ਬੰਦਾ ਤੇ ਜੀਂਦਿਆਂ ਜੀ ਵੀ ਪਰਿਵਾਰ ਦੇ ਪਿਆਰ ਨੂੰ ਲੋਚਦਾ ਹੈ। ਤਾਂ ਹੀ ਸਾਹਿਬ ਨੇ ਆਖਿਆ ਸੀ ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ ਪੇਟ ਭਰਿਓ, ਪਸ਼ੂਆ ਜਿਉ ਸੋਇਓ, ਮਾਨੁਖ ਜਨਮ ਤੈ ਹਾਰਿਓ। ਪਾਤਸ਼ਾਹ ਕਹਿੰਦੇ ਨੇ ਬੜੇ ਯਤਨ ਕੀਤੇ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਖਿਨ ਗ੍ਰਹਿ ਮੈਂ ਬਸਨ ਨਾ ਦੇਵਹੀ। ਇੱਕ ਖਿਨ ਲਈ ਸਮਾਂ ਵੀ ਘਰ ਦੇ ਵਿੱਚ ਰਹਿ ਨਹੀਂ ਦਿੰਦੇ। ਜਿਨ ਸਿਓ ਸੋਈ ਹੇਤ, ਜਿਨ੍ਹਾਂ ਨਾਲ ਸਾਰੀ ਜ਼ਿੰਦਗੀ ਹੇਤ ਕੀਤਾ, ਪਿਆਰ ਕੀਤਾ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਨ੍ਹਾਂ ਨੂੰ ਆਖਿਆ ਮੇਰਾ ਪੁੱਤਰ, ਮੇਰੀ ਧੀ, ਮੇਰੀ ਘਰਵਾਲੀ, ਮੇਰਾ ਪਰਿਵਾਰ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇੱਕ ਖਿਨ ਵੀ ਘਰ ਵਿੱਚ ਕੋਈ ਰੱਖਣ ਨੂੰ ਤਿਆਰ ਨਹੀਂ। ਜਿਨ੍ਹਾਂ ਨਾਲ ਪਿਆਰ ਕੀਤਾ, ਕਰ ਅਨਰਥ ਦਰਬ ਸੰਚਿਆ, ਸੋ ਕਾਰਜ ਕੇਤ ਪਾਈ। ਬੜੇ ਅਨਰਥ ਕੀਤੇ। ਅਨਰਥ ਦਾ ਇੱਥੇ ਆਖਰੀ ਅਰਥ ਹੈ ਬੜੇ ਢੰਗਾਂ ਦੇ ਨਾਲ, ਬੜੇ ਤਰੀਕਿਆਂ ਦੇ ਨਾਲ ਮੰਦੇ ਕੰਮ ਕਰ ਕਰਕੇ ਨੇ
ਦਰਬ ਭਾਵ ਮਾਇਆ ਇਕੱਠੀ ਕੀਤੀ, ਦਰਬ ਸੰਚਿਆ ਮਾਇਆ ਨੂੰ ਇਕੱਠਾ ਕੀਤਾ। ਸੋ ਕਾਰਜ ਕੇਤ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੱਸ, ਅੱਜ ਬੈਂਕ ਦੇ ਵਿੱਚ ਲੱਖਾਂ ਕਰੋੜਾਂ ਰੁਪਏ ਪਏ ਨੇ, ਤੂੰ ਬੰਦਿਆ 4 ਬੰਦਿਆਂ ਦੇ ਮੋਢੇ ਤੇ ਚੱਲੇ ਆਪਣਾ ਆਖਰੀ ਸਫ਼ਰ ਕਰਨ ਦੇ ਲਈ, ਦੱਸ ਹੁਣ ਤੇਰੀ ਇੰਨੀ ਜੋੜੀ ਮਾਇਆ ਸਤਿਗੁਰ ਕਹਿੰਦੇ ਨੇ ਕਿੱਥੇ ਗਈ? ਤੈਨੂੰ ਆਵਾਜ਼ ਮਾਰ ਕੇ ਬੁਲਾਉਂਦੀ ਏ। ਸਾਚੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਖਸਮ ਮਰੇ ਤੋ ਨਾਰ ਨਾ ਰੋਵੇ, ਇਨਸਾਨ ਖਸਮ ਮਰਦਾ ਹੈ, ਨਾਰ ਭਾਵ ਮਾਇਆ ਕਦੀ ਨਹੀਂ ਰੋਂਦੀ। ਉਹਨੂੰ ਪਤਾ ਹੈ ਭਾਈ ਅਜੇ ਇਹਨੂੰ ਅੱਗ ਵੀ ਨਹੀਂ, ਲਾਂਬੂ ਵੀ ਨਹੀਂ ਲੱਗਣਾ ਤੇ ਘਰ ਚੋਂ ਪਹਿਲਾਂ ਮੇਰਾ ਖਸਮ ਤਿਆਰ ਹੋ ਜਾਣਾ ਹੈ, ਲੜਾਈ ਪਹਿਲੋਂ ਸ਼ੁਰੂ ਹੋ ਜਾਣੀ ਹੈ। ਅਜੇ ਬੰਦਾ ਕਈ ਵਾਰੀ ਸੱਚ ਵਿੱਚ ਘਰ ਪਿਆ ਹੁੰਦਾ ਹੈ ਤੇ ਬੰਦਾ ਲੱਗਾ ਹੁੰਦਾ ਵੀ ਕਿਸੇ ਤਰੀਕੇ ਨਾਲ ਲੱਭ ਜਾਣ ਇਹਦੀ ਜੋੜੀ ਮਾਇਆ ਦੇ ਸਾਰੇ ਪੁਲਿੰਦੇ, ਉਹ ਘਰ ਵਿੱਚ ਲੜਾਈਆਂ ਸ਼ੁਰੂ ਹੋ ਜਾਂਦੀਆਂ ਨੇ। ਇਹਨੂੰ ਕੀ ਦੇਣਾ ਹੈ, ਉਹਨੂੰ ਕੀ ਦੇਣਾ, ਉਹਨੂੰ ਕੀ ਮਿਲਣਾ ਹੈ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਚਿਆ ਦਰਬ ਸੰਚਿਆ, ਕਰ ਅਨਰਥ ਦਰਬ ਸੰਚਿਆ, ਸੋ ਕਾਰਜ ਕੇਤ। ਸਤਿਗੁਰੂ ਕਹਿੰਦੇ ਨੇ ਦੱਸੋ ਤੇਰੇ ਕਿਹੜੇ ਕੰਮ ਆਇਆ? ਆਤਮਿਕ ਜੀਵਨ ਇੱਥੇ ਸੰਸਾਰ ਵਿੱਚੋਂ ਤੇਰੇ ਕਿਸੇ ਕੰਮ ਨਹੀਂ ਆਇਆ। ਸਭ ਕਹਿੰਦੇ ਨੇ ਜਿਹੜਾ ਸਫ਼ਰ ਤੂੰ ਤੈਅ ਕਰਨ ਲੱਗਾ ਹੈ, ਸਤ ਜਾਣੀ ਉੱਥੇ ਤੇ ਨਾਲ ਜਾਂਦਾ ਹੀ ਨਹੀਂ ਹੈ, ਇਹ ਤੇ ਇੱਥੇ ਰਹਿ ਗਿਆ। ਉੱਥੇ ਜਿਹੜੀ ਚੀਜ਼ ਨਾਲ ਜਾਣੀ ਸੀ ਉਹਨੂੰ ਮੇਰੇ ਸਤਿਗੁਰ ਪਾਤਸ਼ਾਹ ਜੀ ਬਾਣੀ ਅੰਦਰ ਕਹਿੰਦੇ ਨੇ ਜਿਸ ਇਸ ਸੰਸਾਰ ਦੇ ਅੰਦਰ ਸੰਚਿਆ ਧਨ, ਪਾਤਸ਼ਾਹ ਕਹਿੰਦੇ ਨੇ ਤੇਰੇ ਨਾਲ ਜਾਣਾ ਹੀ ਕੋਈ ਨਹੀਂ। ਉੱਥੇ ਗੁਰੂ ਅਰਜਨ ਸਾਹਿਬ ਜੀ ਦੇ ਸੁਖਮਨੀ ਸਾਹਿਬ ਜੀ ਦੇ ਅੰਦਰੋਂ ਤੁਸੀਂ ਬਚਨ ਪੜ੍ਹਦੇ ਹੋ, ਪਾਤਸ਼ਾਹ ਜੀ ਕਹਿੰਦੇ ਨੇ ਉਹ ਚੀਜ਼ ਇਕੱਠੀ ਕਰ ਜਿਹੜੀ ਤੇਰੇ ਨਾਲ ਨਿਭ ਜਾਏ, ਜਿਹੜੀ ਤੇਰੇ ਨਾਲ ਚੱਲੇ। ਉਹ ਧਨ ਇਕੱਠਾ ਕਰ, ਸੰਚ ਹਰ ਤਨ ਪੂਜ, ਸਤਿਗੁਰ ਛੋੜ ਸਗਲ ਵਿਕਾਰ। ਪਾਤਸ਼ਾਹ ਕਹਿੰਦੇ ਨੇ ਛੱਡ ਦੇ ਸਾਰਾ ਕੁਝ, ਨਾਮ ਦੀ ਪੂੰਜੀ ਵੀ ਹਾਜ ਲੈ। ਸਾਧੋ ਇਹ ਤਨ ਮਿਥਿਆ ਜਾਨੋ, ਪਾਤਸ਼ਾਹ ਕਹਿੰਦੇ ਨੇ ਸਰੀਰ ਮਿਥਿਆ ਹੈ, ਯਾ ਪੀਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ। ਇਹਦੇ ਅੰਦਰ ਜਿਹੜੀ ਉਹ ਜੋਤ ਹੈ ਨਾ, ਉਹਦੀ ਅੰਸ਼ ਸਤਿਗੁਰ ਕਹਿੰਦੇ ਨੇ ਉਹਦੀ ਪਛਾਣ ਕਰ ਲੈ। ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਪਾਤਸ਼ਾਹ ਕਹਿੰਦੇ ਨੇ ਜਿਸ ਰਸਤੇ ਤੇ ਕੋਸ ਨਹੀਂ ਗਿਣੇ ਜਾਂਦੇ, ਉੱਥੇ ਭਾਈ ਸਿਰਫ ਨਾਮ ਹੀ ਹੈ ਜਿਹੜਾ ਤੇਰਾ ਤੋਸਾ ਬਣੇਗਾ, ਤੇਰਾ ਸਹਾਰਾ ਬਣੇਗਾ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਜੈਸਾ ਬੀਜੈ ਸੋ ਲੂਣੈ। ਜਿਹੋ ਜਿਹਾ ਬੰਦਿਆ ਤੂੰ ਆਪਣੇ ਜੀਵਨ ਵਿੱਚ ਬੀਜਿਆ ਹੈ ਉਹ ਤੈਨੂੰ ਵੱਢਣਾ ਪੈਣਾ ਹੈ। ਕਰਮ ਇਹ ਖੇਤ, ਕਿਉਂਕਿ ਇਹ ਸਰੀਰ, ਇਹ ਤਨ ਇੱਕ ਕਰਮ ਰੂਪੀ ਭੂਮੀ ਹੈ। ਇਹਦੇ ਅੰਦਰ ਬੰਦਾ ਆਪਣੇ ਕਰਮਾਂ ਦਾ ਬੀਜ ਬੀਜਦਾ ਹੈ। ਚੰਗੇ ਕਰਮ, ਮਾੜੇ ਕਰਮ, ਸੱਚ ਵਿੱਚ ਗੁਰਮੁਖੋ ਜਿੰਨਾ ਕੁਝ ਅਸੀਂ ਕਰ ਰਹੇ ਹਾਂ ਇਸ ਧਰਤੀ ਦੇ ਵਿੱਚ ਬੀਜਿਆ ਜਾ ਰਿਹਾ ਹੈ, ਉਹ ਫਲੀਭੂਤ ਹੋਏਗਾ। ਕੁਝ ਅੱਜ ਹੋ ਰਿਹਾ, ਸਾਲ ਬਾਅਦ, 6 ਮਹੀਨੇ ਬਾਅਦ, 2 ਸਾਲ ਬਾਅਦ, 10 ਸਾਲ ਬਾਅਦ, ਕੁਝ ਐਸੇ ਬੀਜ ਨੇ ਜਿਹੜੇ ਸਾਡੇ ਮਰਨ ਤੋਂ ਬਾਅਦ ਫਲੀਭੂਤ ਹੋਣੇ ਨੇ। ਮਸ਼ਕੀਨ ਜੀ ਨੂੰ ਕਿਸੇ ਨੇ ਪੁੱਛਿਆ ਸੀ, ਮਸ਼ਕੀਨ ਜੀ ਇੱਕ ਬੱਚੇ ਨੂੰ ਕਰਮ ਫਿਲਾਸਫੀ ਤੇ ਉਹਨਾਂ ਨੇ ਕਥਾ ਕੀਤੀ। ਇੱਕ ਇਨਸਾਨ ਨੇ ਆਪਣੇ ਬੱਚੇ ਨੂੰ ਜਿਹੜਾ ਪੈਰਾਂ ਤੋਂ ਥੱਲੇ ਧੜ ਦਾ ਜਿਹੜਾ ਹੁੰਦਾ ਸਰੀਰ ਤੋਂ ਕਮਰ ਤੋਂ ਥੱਲੇ ਪੈਰ ਜਿਹੜੇ ਨੇ ਕੰਮ ਨਹੀਂ ਸਨ ਕਰਦੇ, ਉਹਨੇ ਲਿਆ ਕੇ ਮਸ਼ਕੀਨ ਜੀ ਦੇ ਸਾਹਮਣੇ ਉਸ ਬੱਚੇ ਨੂੰ ਰੱਖਤਾ। ਕਹਿਣ ਲੱਗੇ ਮਸ਼ਕੀਨ ਜੀ ਬੜੀਆਂ ਕਰਮ ਫਿਲਾਸਫੀ ਦੀਆਂ ਗੱਲਾਂ ਸੁਣੀਆਂ, ਦੱਸੋ ਆਹ ਬੱਚਾ ਜੇ 1 ਸਾਲ ਦਾ, ਇਹਨੇ ਕਿਹੜੇ ਕਰਮ ਕੀਤੇ ਨੇ, ਇਹਨੂੰ ਕਾਹਦੀ ਸਜ਼ਾ? ਤੇ ਮਸ਼ਕੀਨ ਜੀ ਨੇ ਕਿਹਾ ਸੀ ਸਜ਼ਾ ਇਹਨੂੰ ਇਹਨਾਂ ਕਰਮਾਂ ਦੀ ਨਹੀਂ ਮਿਲਦੀ ਪਈ, ਇਹਨੇ ਜਿਹੜੇ ਪੂਰਬਲੇ ਬੀਜ ਬੀਜੇ ਨੇ ਸੱਚ ਵਿੱਚ ਉਹ ਸਜ਼ਾ ਮਿਲਦੀ ਪਈ ਹੈ। ਕਿਉਂਕਿ ਕਰਮ ਧਰਤੀ, ਇਹ ਗੱਲ ਚੇਤੇ ਰੱਖੀਏ ਗੁਰਮੁਖੋ, ਅਸੀਂ ਲੱਖ ਕਹੀਏ ਵੀ ਨਹੀਂ, ਪਰ ਕਰਮ ਧਰਤੀ ਦੇ ਅੰਦਰ ਬੀਜ ਬੀਜਿਆ ਹੋਇਆ ਕੁਝ ਅੱਜ ਇਸ ਜੀਵਨ ਵਿੱਚ ਪ੍ਰਗਟ ਹੋ ਜਾਂਦਾ, ਕੁਝ ਅੱਗੇ ਤੱਕ ਜਾਂਦਾ ਹੈ। ਗੁਰੂ ਅਰਜਨ ਸਾਹਿਬ ਤਾਂ ਹੀ ਕਹਿ ਰਹੇ ਨੇ ਕਰਮ ਜੈਸਾ ਬੀਜੈ ਸੋ ਲੂਣੈ, ਕਰਮ ਇਹ ਖੇਤ, ਅਕਿਰਤ ਕਨਾ ਹਰ ਵਿਸਰਿਆ ਜੋਨੀ ਪਰਮੇਤ। ਅਕਿਰਤ ਘਣ ਬੰਦੇ ਨੂੰ ਪਰਮਾਤਮਾ ਵਿਸਰ ਗਿਆ, ਇਸ ਕਰਕੇ ਉਹ ਜਿੰਦਿਆਂ ਜੀ ਹੀ ਜੂਨਾਂ ਦੇ ਵਿੱਚ ਭਟਕਦਾ ਪਿਆ। ਜੋਨੀ ਪਰਮੇਤ, ਜੂਨਾਂ ਕਿਹੜੀਆਂ ਨੇ? ਸਾਧ ਸੰਗਤ ਗੁਰੂ ਅਰਜਨ ਸਾਹਿਬ ਜੀ ਦਾ ਸ਼ਲੋਕ ਹੈ, ਸ਼ਲੋਕ ਸਹਿਸਕ੍ਰਿਤੀ ਦੇ ਅੰਦਰ ਪਾਤਸ਼ਾਹ ਕਹਿੰਦੇ ਨੇ ਜਿਹੜੇ ਮਨੁੱਖ ਨੂੰ ਪਰਮਾਤਮਾ ਦਾ ਉਪਦੇਸ਼ ਵਿਸਰ ਗਿਆ, ਜਿਨੇ ਮਾਲਕ ਦੇ ਉਪਦੇਸ਼ ਨੂੰ ਵਿਸਾਰ ਦਿੱਤਾ ਹੈ, ਪਾਤਸ਼ਾਹ ਕਹਿੰਦੇ ਨੇ ਅਸਲ ਵਿੱਚ ਉਹ ਇਨਸਾਨ ਇੰਜ ਹੈ ਜਿਵੇਂ ਕੁਕਰੈ, ਸ਼ੂਕਰੈ, ਕਾਕੈ, ਸਰਪਣੈ, ਗਰਦਬਹਿ, ਤੁਲਖਲ ਹੈ। ਉਹ ਇਹਨਾਂ ਜੂਨਾਂ ਦੇ, ਕਿਉਂਕਿ ਜੀ ਉਹ ਇਨਸਾਨ ਦੀ ਜਿੰਦ ਰਿਹਾ ਹੈ, ਪਰ ਕਰਮ ਉਹਦੇ ਪਸ਼ੂਆਂ ਵਾਲੇ ਨੇ। ਕਦੀ ਉਹਦੇ ਅੰਦਰ ਲੋਭ, ਸਵਾਨ ਰੂਪੀ ਲੋਭ ਬੋਲਦਾ ਹੈ ਸਾਚੇ, ਕਦੀ ਉਹਦੇ ਅੰਦਰ
ਗੁਰਦੇਵ ਪਿਤਾ ਜੀ ਨੇ ਤਾਂ ਹੀ ਬਾਣੀ ਵਿੱਚ ਆਖਿਆ ਨਾ, ਜਦੋਂ ਤੁਸੀਂ ਬਚਨ ਪੜ੍ਹਦੇ ਹੋ, ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਨਾ, ਇਹ ਕਰਮ ਮੇਰੇ ਕਰਤਾਰ, ਮੇਰੇ ਸਤਿਗੁਰ ਆ ਮੇਰੇ ਕਰਮ ਨੇ। ਹੁਣ ਆ ਜਿਹੜੇ ਕਰਮ ਨੇ, ਗੁਰਦੇਵ ਪਿਤਾ ਕਹਿੰਦੇ ਨੇ ਜੋਨੀ ਪਰਮੇਤ ਅਕਿਰਤ ਕਾਨਾ ਬਣ। ਪਰਮਾਤਮਾ ਦੀਆਂ ਦਾਤਾਂ ਨੂੰ ਵਰਤ ਕੇ ਜੀਵਨ ਵਿੱਚ ਉਹਦਾ ਸ਼ੁਕਰ ਕਰ। ਉਹਨੇ ਜਿਹੜੀਆਂ ਦਾਤਾਂ ਤੈਨੂੰ ਦਿੱਤੀਆਂ ਨੇ, ਉਹਨਾਂ ਦਾਤਾਂ ਨੂੰ ਵਰਤਦਿਆਂ ਹੋਇਆਂ ਪਰਮਾਤਮਾ ਦਾ ਸ਼ੁਕਰ ਕਰ, ਕਿਉਂਕਿ ਅਕਿਰਤ ਘਣ ਬੰਦਾ ਉਹ ਕਦੀ ਵੀ ਸੰਸਾਰ ਦੇ ਅੰਦਰ ਸੁਖੀ ਨਹੀਂ ਰਹਿ ਸਕਦਾ। ਕਿਸੇ ਕੋਲੋਂ ਚੀਜ਼ ਲਈਏ ਤੇ ਗੁਰਮੁਖੋ ਬੰਦਾ ਉਹਦਾ ਵੀ ਸ਼ੁਕਰ ਕਰਦਾ ਹੈ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਿਸ ਦਾਤੇ ਨੇ ਤੈਨੂੰ ਇੰਨਾ ਕੁਝ ਦਿੱਤਾ ਹੈ, ਉਸ ਦਾਤੇ ਦਾ ਸ਼ੁਕਰ ਕਰ। ਅਨੇਕਾਂ ਯਤਨ ਕਰਦਾ ਹੈ, ਪਰਿਵਾਰ ਲਈ ਕੁਟੁੰਬ ਲਈ ਮਾਇਆ ਇਕੱਠੀ ਕਰਨਾ ਹੈ। ਵੇਖ ਉਦਮ ਕਰ ਤਾਂ ਕਿ ਪਰਮਾਤਮਾ ਦੇ ਘਰ ਵਿੱਚ ਵੀ ਤੇਰੀ ਪੱਤ ਰਹਿ ਜਾਏ। ਨਾਮ ਦਾ ਖਜ਼ਾਨਾ, ਚੰਗੇ ਗੁਣਾਂ ਦਾ ਖਜ਼ਾਨਾ ਆਪਣੇ ਜੀਵਨ ਵਿੱਚ ਵੀ ਹਾਜ, ਤਾਂ ਕਿ ਸੰਸਾਰ ਅੰਦਰ ਵੀ ਤੇਰੀ ਪੱਤ ਰਹਿ ਜਾਏ, ਮਾਲਕ ਦੇ ਘਰ ਵਿੱਚ ਵੀ ਤੇਰੀ ਪੱਤ ਰਹਿ ਜਾਏ। ਸਤਿਗੁਰ ਕਿਰਪਾ ਕਰਨ, ਇਹਨਾਂ ਅੰਮ੍ਰਿਤ ਬਚਨਾਂ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।